ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕਾ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੇਦ ਪੁਰਾਨ ਸਭੈ ਮਤ ਸੁਨ ਕੈ, ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਸਭ ਲੋਗ ਸਿਆਣੇ, ਉਠ ਪੰਡਤ ਪੈ ਚਲੇ ਨਿਰਾਸਾ। ਮਨ ਰੇ ਸਰਿਓ ਨ ਏਕੈ ਕਾਜਾ, ਭਜਿਓ ਨ ਰਘੁਪਤ ਰਾਜਾ। ਰਹਾਉ ਬਨ ਖੰਡ ਜਾਇ ਜੋਗ ਤਪ ਕੀਨੋ, ਕੰਧ ਮੂਲ ਚੁਨ ਖਾਇਆ। ਨਾਦੀ ਵੇਦੀ ਸ਼ਬਦੀ ਮੋਨੀ, ਜਮ ਕੇ ਪਟੈ ਲਿਖਾਇਆ। ਭਗਤ ਨਾਰਦੀ ਹਿਰਦੈ ਨ ਆਈ, ਕਾਛ ਕੂਛ ਤਨ ਦੀਨਾ। ਰਾਗ ਰਾਗਨੀ ਪਿੰਡ ਹੋਏ ਬੈਠਾ, ਓਨ ਹਰ ਪੈ ਕਿਆ ਲੀਨਾ। ਪਰਿਉ ਕਾਲ ਸਭੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਪਰਿਉ ਕਾਲ ਸਭੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਖਾਸ ਰੂਪ। ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਸੇਵਾ ਸਿਮਰਨ ਕਰ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਸ਼ਬਦ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਗੁਰੂ ਕੀ ਗੋਦ ਵਿੱਚ ਬਿਤਾਇਆ ਸਮਾਂ ਸਫਲਾ ਹੋਵੇ। ਅਸੀਂ ਸਮੇਂ ਸਿਰ
ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਾਣੀ ਪੜ੍ਹ ਸੁਣ ਸੇਵਾ ਸਿਮਰਨ ਕਰ। ਗੁਰੂ ਦੇ ਦਰੋਂ, ਗੁਰੂ ਦੇ ਨਿਧ ਨਿਧਾਨ ਖਜ਼ਾਨਿਆਂ ਵਿੱਚੋਂ ਖੁਸ਼ੀਆਂ, ਬਖਸ਼ਿਸ਼ਾਂ, ਨਾਮ ਬਾਣੀ ਦੀਆਂ ਦਾਤਾਂ ਪ੍ਰਾਪਤ ਕਰੀਏ ਜੀ। ਆਓ ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰੀਏ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਧਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ। ਆਪਣੀ ਮੁਬਾਰਕ ਰਸਨਾ ਪਵਿੱਤਰ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਅੰਗ 654, 55 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ ਹਨ ਜੀ। ਗੁਰਬਾਣੀ ਪੜ੍ਹਨ, ਸੁਣਨ, ਵਿਚਾਰਨ ਵਾਲੇ ਗੁਰਮੁਖ ਜਨ, ਗੁਰਮੁਖ ਪਿਆਰੇ, ਪਾਵਨ ਅੰਗ ਨੋਟ ਕਰੋ। 654, 55 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ ਹਨ। ਪਾਵਨ ਰਾਗ ਸੋਰਠ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ ਸ਼੍ਰੋਮਣੀ ਭਗਤ ਕਬੀਰ ਜੀ। ਵੇਦ ਪੁਰਾਨ ਸਭੈ ਮਤ ਸੁਨ ਕੈ, ਕਰੀ ਕਰਮ ਕੀ ਆਸਾ। ਭਗਤ ਜੀ ਸਮਝਾਉਂਦੇ ਹਨ, ਕਹਿੰਦੇ ਬਹੁਤ ਸਾਰੇ ਸਿਆਣੇ ਅਖਵਾਉਣ ਵਾਲੇ ਲੋਕ ਕਰਮ ਤੋਂ ਭਾਵ ਜਿਵੇਂ ਕਰਮ ਕਾਂਡ ਕਰਨੇ, ਵਹਿਮਾਂ ਭਰਮਾਂ ਦੇ ਵਿੱਚ ਗਰਸੇ ਹੋਏ, ਨਾ ਸਮਝੀ ਦੇ ਬੱਸ ਵਿੱਚ ਪੈਣਾ। ਭਗਤ ਜੀ ਸਮਝਾਉਂਦੇ ਨੇ, ਕਹਿੰਦੇ ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਣ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ ਕਾਂਡ ਦੀ ਆਸ ਰੱਖੀ, ਇਹ ਆਸ ਰੱਖੀ ਕਿ ਕਰਮ ਕਾਂਡ ਨਾਲ ਹੀ ਜੀਵਨ ਸਵਰੇਗਾ। ਭਾਵ ਜਿਵੇਂ ਕਰਮ ਕਾਂਡ ਇਹ ਮੰਨੇ ਜਾਂਦੇ ਨੇ, ਮਨੁੱਖ ਨੇ ਤੀਰਥ ਯਾਤਰਾ 'ਤੇ ਕਰਨੀ, ਉੱਥੋਂ ਕੁਝ ਸਿੱਖਣਾ ਨਾ, ਜੀਵਨ ਵਿੱਚ ਬਦਲਾਵ ਨਾ ਲਿਆਉਣਾ। ਸੇਵਾ ਪੁੰਨ ਦਾਨ 'ਤੇ ਕਰਨਾ, ਪਰ ਜੀਵਨ ਦੇ ਵਿੱਚ ਕੋਈ ਸਿੱਖਿਆ ਨਾ ਲੈਣੀ ਪੁੰਨ ਦਾਨ ਕਰਨ ਤੋਂ ਵੀ। ਇਹਨਾਂ ਨੂੰ ਕਰਮ ਕਾਂਡ ਕਹਿੰਦੇ ਨੇ। ਜਾਂ ਫਿਰ ਆਪਣੇ ਸੁੱਖਾਂ ਵਾਸਤੇ ਕਿਸੇ ਦੇ ਬਾਬਤ ਟੂਣੇ ਟਮਾਣੇ ਕਰਨੇ ਇਤਿਆਦਿਕ ਇਸ ਤਰ੍ਹਾਂ ਦੇ ਕਰਮ ਕਾਂਡ ਅਖਵਾਉਂਦੇ ਨੇ। ਹੁਣ ਆਪਾਂ ਪਿੱਛੇ ਜੇ ਨੈੱਟ ਦੇ ਮਾਧਿਅਮ ਰਾਹੀਂ ਸੁਣਿਆ, ਸਕੀ ਭੂਆ ਨੇ ਆਪਣੇ ਛੋਟੇ ਜਿਹੇ ਭਤੀਜੇ ਨੂੰ ਮਾਰਤਾ। ਕਾਰਨ ਕਿ ਉਹਦੇ ਆਪਣੇ ਘਰ ਔਲਾਦ ਨਹੀਂ ਸੀ। ਕਿਸੇ ਮੇਰੇ ਵਰਗੇ ਪਖੰਡੀ ਨੇ ਕਹਿ ਦਿੱਤਾ ਵੀ ਤੈਨੂੰ ਕਿਸੇ ਬੱਚੇ ਦੀ ਬਲੀ ਦੇਣੀ ਪਏਗੀ। ਉਹ ਕਹਿੰਦੀ ਬੱਚੇ ਦੀ ਕਿਸੇ ਦੀ ਬਲੀ ਦੇਣੀ ਹੈ ਤੇ ਮੈਂ ਜਦੋਂ ਮਰਜ਼ੀ ਬਲੀ ਦੇ ਦਿਆਂ, ਪਰ ਮੇਰੇ ਘਰੇ ਪੁੱਤ ਹੋ ਜੇ। ਕਹਿਣ ਲੱਗਾ ਨਹੀਂ, ਤੈਨੂੰ ਆਪਣੇ ਸਕੇ ਭਰਾ ਦੇ ਪੁੱਤਰ ਦੀ ਬਲੀ ਦੇਣੀ ਪਏਗੀ। ਹੁਣ ਇਹ ਕਰਮ ਕਾਂਡ ਇੰਨੇ ਕਹਿ ਲਓ ਵੀ ਅੰਧ ਵਿਸ਼ਵਾਸੀ ਹੋਏ, ਉਸ ਭੂਆ ਨੇ ਆਪਣੇ ਭਤੀਜੇ ਦਾ ਹੀ ਗਲਾ ਘੋਟ ਕੇ ਹੱਤਿਆ ਕਰਤੀ। ਤੇ ਫਿਰ ਔਲਾਦ ਤਾਂ ਸੰਗਤ ਜੀ ਕਿੱਥੋਂ ਹੋਣੀ ਸੀ? ਆਪ ਵੀ ਜੇਲ੍ਹ ਦੇ ਵਿੱਚ ਬੈਠੀ ਚੱਕੀ ਪੀਂਦੀ ਹੈ। ਇਹ ਬਹੁਤ ਸਾਰੇ ਵਹਿਮ ਭਰਮ ਜੀਵਨ ਦੇ ਵਿੱਚ ਪੈਦਾ ਕੁਝ ਕੁ ਮੇਰੇ ਵਰਗੇ ਕਰ ਦਿੰਦੇ ਨੇ, ਕੁਝ ਕੁ ਦੁਨੀਆਦਾਰੀ ਆਪ ਹੀ ਸੁੱਖਾਂ ਦੇ ਪਿੱਛੇ ਦੌੜਦੀ ਹੋਈ ਕਰਮ ਕਾਂਡਾਂ ਦੇ ਵਿੱਚ ਲੱਗੀ ਹੋਈ ਹੈ। ਤਾਂ ਸੰਗਤ ਜੀ ਇਹਨਾਂ ਸਾਰੀਆਂ ਚੀਜ਼ਾਂ ਨਾਲ ਕੋਈ ਘਰ ਦਾ ਫਾਇਦਾ ਨਹੀਂ ਹੋਣ ਵਾਲਾ। ਜੇ ਫਾਇਦਾ ਹੋਣਾ ਤਾਂ ਕੇਵਲ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਜੀਵਨ ਦੇ ਵਿੱਚ ਸੁਧਾਰ ਹੋਣਾ, ਫਾਇਦਾ ਹੋਣਾ। ਤਾਂ ਰਹੋ ਵਿਚਾਰ। ਭਗਤ ਜੀ ਕਹਿੰਦੇ ਇਸ ਤਰ੍ਹਾਂ ਬਹੁਤ ਆਪਣੇ ਆਪ ਨੂੰ ਸਿਆਣੇ ਅਖਵਾਉਣ ਵਾਲੇ ਮਨੁੱਖ ਇਸ ਤਰ੍ਹਾਂ ਦੇ ਕਰਮ ਕਾਂਡ ਕਰਦੇ ਰਹਿੰਦੇ ਨੇ। ਆਸ ਰੱਖਦੇ ਨੇ ਵੀ ਇਹ ਕਰਮ ਕਾਂਡ ਕਰਨ ਦੇ ਨਾਲ ਹੀ ਸਾਡਾ ਜੀਵਨ ਸਵਰ ਜਾਏਗਾ, ਪਰ ਨਹੀਂ।
ਕਾਲ ਗ੍ਰਸਤ ਸਭ ਲੋਕ ਸਿਆਣੇ, ਉਠ ਪੰਡਤ ਪੈ ਚਲੇ ਨਿਰਾਸਾ। ਕਾਲ ਗ੍ਰਸਤ ਭਾਵ ਮੌਤ ਦੇ ਡਰ ਵਿੱਚ ਗ੍ਰਸੇ ਹੋਏ, ਨਿਰਾਸ਼ਾ ਤੋਂ ਭਾਵ ਆਸ ਪੂਰੀ ਹੋਣ ਤੋਂ ਬਿਨਾਂ ਹੀ। ਭਗਤ ਜੀ ਕਹਿੰਦੇ ਉਹ ਸਾਰੇ ਆਤਮਿਕ ਮੌਤ ਦੇ ਵਿੱਚ ਹੀ ਗ੍ਰਸੇ ਰਹੇ। ਪੰਡਤ ਲੋਕ ਵੀ ਆਸ ਪੂਰੀ ਹੋਣ ਤੋਂ ਬਿਨਾਂ ਹੀ ਉੱਠ ਚਲੇ ਗਏ, ਭਾਵ ਜਗਤ ਤਿਆਗ ਗਏ। ਇੱਕ ਦਿਨ ਜੀਵਨ ਦਾ ਅੰਤ ਹੋ ਗਿਆ। ਤਾਂ ਅੱਗੇ ਸਤਿਗੁਰੂ ਜੀ ਸਮਝਾਉਂਦੇ ਆ, ਮਨ ਰੇ ਸਰਿਓ ਨਾ ਏਕੈ ਕਾਜਾ। ਐ ਮੇਰੇ ਮਨ, ਜਿੱਥੇ ਐ ਮੇਰੇ ਮਨ ਆਪਣੇ ਆਪ ਨੂੰ, ਆਪਣੇ ਮਨ ਨੂੰ ਸੰਬੋਧਨ ਕੀਤਾ, ਉੱਥੇ ਨਾਲ ਐ ਮਨੁੱਖ ਧਿਆਨ ਕਰ। ਗੁਰੂ ਸਾਹਿਬ ਸਮਝਾਉਂਦੇ ਨੇ, ਕਹਿੰਦੇ ਤੈਥੋਂ ਜੀਵਨ ਦੇ ਵਿੱਚ ਇੱਕ ਕੰਮ ਵੀ ਜੋ ਕਰਨ ਯੋਗ ਸੀ ਨਹੀਂ ਹੋ ਸਕਿਆ। ਜਿਹੜਾ ਕੰਮ ਤੇਰੇ ਕਰਨ ਯੋਗ ਸੀ, ਜੀਵਨ ਦੇ 70-80 ਸਾਲ ਭੋਗ ਲਏ, 100 ਸਾਲ ਤੱਕ ਦੀ ਉਮਰ ਭੋਗ ਲਈ, ਪਰ ਜੀਵਨ ਦੇ ਵਿੱਚ ਇੱਕ ਕੰਮ ਕਰਨ ਵਾਸਤੇ ਤੂੰ ਸੰਸਾਰ 'ਤੇ ਆਇਆ ਸੀ, ਤੈਥੋਂ ਉਹ ਵੀ ਨਾ ਹੋਇਆ। ਉਹ ਕੰਮ ਕਿਹੜਾ ਸੀ? ਉਹਦੇ ਬਾਬਤ ਭਗਤ ਜੀ ਸਮਝਾਉਂਦੇ ਨੇ, ਭਜਿਓ ਨ ਰਘੁਪਤ ਰਾਜਾ ਰਹਾਉ। ਭਗਤ ਜੀ ਕਹਿੰਦੇ ਰਘੁਪਤ ਤੋਂ ਭਾਵ ਉਹ ਪਰਮ ਪਿਤਾ ਪਰਮਾਤਮਾ, ਉਹਦਾ ਭਜਨ, ਉਹਦਾ ਸਿਮਰਨ ਨਹੀਂ ਕੀਤਾ। ਸਰਿਓ ਨਾ ਏਕੈ ਕਾਜਾ, ਸਾਰੇ ਜੀਵਨ ਵਿੱਚ ਤੈਥੋਂ ਇੱਕ ਕੰਮ ਨਹੀਂ ਹੋਇਆ, ਭਾਵ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਿਆ, ਬੰਦਗੀ ਨਹੀਂ ਕਰ ਸਕਿਆ, ਪਰਮਾਤਮਾ ਦੀ ਯਾਦ ਵਿੱਚ ਨਹੀਂ ਜੁੜ ਸਕਿਆ। ਹੋਰ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਪੈ ਕੇ ਆਪਣੇ ਜੀਵਨ ਦੀ ਕਹਿ ਲੈ ਵੀ ਖੇਡ ਖਤਮ ਕਰ ਲਈ। ਇੱਕ ਦਿਨ ਸੰਸਾਰ ਤੋਂ ਚਲੇ ਜੁਆਰੀ, ਦੋਏ ਹੱਥ ਝਾੜ। ਜੁਆਰੀ ਜਿਵੇਂ ਜੂਏ ਦੇ ਵਿੱਚ ਹਾਰ ਜਾਂਦਾ, ਫਿਰ ਦੋਨੋਂ ਹੱਥ ਝਾੜ ਕੇ ਖੜਾ ਹੋ ਜਾਂਦਾ। ਇਸੇ ਤਰ੍ਹਾਂ ਜੁਆਰੀ ਦੇ ਤਰ੍ਹਾਂ ਤੂੰ ਵੀ ਆਪਣੇ ਜੀਵਨ ਦੀ ਬਾਜੀ ਹਾਰ ਕੇ ਇੱਥੋਂ ਚੱਲਦਾ ਹੋਇਆ। ਤਾਂ ਅੱਗੇ ਭਗਤ ਜੀ ਸਮਝਾਉਂਦੇ ਆ, ਬਨ ਖੰਡ ਜਾਏ ਜੋਗ ਤਪ ਕੀਨੋ, ਕੰਦ ਮੂਲ ਚੁਨ ਖਾਇਆ। ਭਗਤ ਜੀ ਸਮਝਾਉਂਦੇ ਆ, ਰਹਾਉ ਦੇ ਵਿਸਰਾਮ ਤੋਂ ਬਾਅਦ ਬਨ ਖੰਡ ਭਾਵ ਜੰਗਲਾਂ ਵਿੱਚ, ਕੰਦ ਮੂਲ ਤੋਂ ਭਾਵ ਗਾਜਰ ਮੂਲੀ ਆਦਿਕ ਜੰਗਲ ਦੇ ਵਿੱਚੋਂ ਇਸ ਤਰ੍ਹਾਂ ਦੇ ਪੱਤੇ ਸੱਤੇ ਖਾ ਕੇ ਗੁਜ਼ਾਰਾ ਕਰਨਾ। ਭਗਤ ਜੀ ਸਮਝਾਉਂਦੇ ਹਨ, ਕਹਿੰਦੇ ਕਈ ਲੋਕਾਂ ਨੇ ਜੰਗਲਾਂ ਵਿੱਚ ਜਾ ਕੇ ਯੋਗ ਸਾਧੇ, ਤਪ ਕੀਤੇ, ਗਾਜਰ ਮੂਲੀ ਆਦਿਕ ਪੱਤੇ ਸੱਤੇ ਖਾ ਕੇ ਆਪਣੇ ਜੀਵਨ ਦਾ ਗੁਜ਼ਾਰਾ ਕੀਤਾ, ਨਿਰਵਾਹ ਕੀਤਾ। ਪਰ ਇਹ ਸਾਰਾ ਕੁਝ ਕੀਤਾ ਵੀ ਰਾਸ ਨਾ ਆਇਆ। ਇਹ ਵੀ ਇੱਕ ਕਰਮ ਕਾਂਡ ਹੀ ਹੈ। ਜਦੋਂ ਘਰ ਪਰਿਵਾਰ ਆਪਣੇ ਗ੍ਰਸਤੀ ਜੀਵਨ ਨੂੰ ਛੱਡ ਕੇ ਬੰਦੇ ਨੇ ਕਹਿ ਦੇਣਾ ਵੀ ਮੈਂ ਤੇ ਇੰਨੇ ਚਿਰ ਦਾ ਵਰਤ ਰੱਖਿਆ, ਅਤੇ ਸਾਡੇ ਲੋਕ ਵੀ ਇਹਨਾਂ ਗੱਲਾਂ ਨੂੰ ਬੜੀ ਤਹਿਜੀਜ਼ ਦਿੰਦੇ ਨੇ, ਪਿੱਛੇ ਲੱਗ ਤੁਰਦੇ ਨੇ ਵੀ ਵਰਤ ਰੱਖਿਆ ਹੋਇਆ, ਜਿੱਦੇ ਵਰਤ ਖੋਲ੍ਹਿਆ ਉਹਦੇ ਤਾਂ ਫਿਰ ਨਿਹਾਲ ਕਰ ਦੂ। ਫਲਾਣੇ ਬਾਬੇ ਨੇ ਵਰਤ ਰੱਖਿਆ ਹੋਇਆ, ਜਿੱਦੇ ਵਰਤ ਖੋਲ੍ਹਿਆ ਉਹਦੇ ਤਾਂ ਫਿਰ ਨਿਹਾਲ ਕਰ ਦੂ। ਅਤੇ ਜਿੱਥੇ ਗੁਰਬਾਣੀ ਦੀ ਕਸਵੱਟੀ ਦੀ ਗੱਲ ਕਰੀਏ ਤਾਂ ਗੁਰਬਾਣੀ ਕਹਿੰਦੀ ਹੈ, ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ। ਭੁੱਖਿਆਂ ਰਹਿ ਕੇ ਭਗਤੀ ਨਹੀਂ ਹੋਣੀ। ਪਰਮਾਤਮਾ ਮੈਨੂੰ ਅੰਨ ਦੇ, ਮੈਨੂੰ ਗੁਜ਼ਰਾਨ ਵਾਸਤੇ ਧਨ ਦੇ, ਮੈਂ ਆਪਦੇ ਸਰੀਰ ਦੀਆਂ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਾਂ। ਭਗਤਾਂ ਨੇ ਜੋ ਗੁਰਬਾਣੀ ਮੰਗਿਆ ਨਾ ਪਰਮਾਤਮਾ ਤੋਂ ਸਰੀਰ ਗੁਜ਼ਰਾਨ ਵਾਸਤੇ, ਉਹਦਾ ਜ਼ਿਕਰ ਕੀਤਾ ਹੈ। ਦੋਏ ਸ਼ੇਰ ਮੰਗੂ ਦਾਲੇ, ਚਾਹੀਦੀ ਹੈ ਦਾਲ ਖਾਣ ਵਾਸਤੇ। ਮੂੰਹ ਕੋ ਦੋਨੋਂ ਵਕਤ ਜਿਵਾਲੇ, ਜਿਹਨੂੰ ਖਾ ਕੇ ਮੈਂ ਦੋਨੋਂ ਵਕਤ ਜਿਉਂਦਾ ਰਹਿ ਸਕਾਂ, ਭਾਵ ਦੋਨੋਂ ਵਕਤ ਜੇ ਸਵੇਰੇ ਖਾ ਲਿਆ ਸ਼ਾਮ ਨੂੰ ਵੀ ਖਾਵਾਂ, ਅਤੇ ਖਾ ਕੇ ਮੈਂ ਤੇਰਾ ਸ਼ੁਕਰ ਕਰਾਂ। ਪਰਮਾਤਮਾ ਤੇਰਾ ਨਾਮ ਜਪਾਂ। ਭੁੱਖੇ ਰਹਿ ਕੇ ਭਗਤੀ ਨਹੀਂ ਹੋਣੀ, ਖਾਣ ਨੂੰ ਚਾਹੀਦਾ। ਤਾਂ ਸਤਿਗੁਰੂ ਜੀ ਜਿਨ੍ਹਾਂ ਦੀ ਗੱਲ ਕਰਦੇ ਨੇ, ਜਿਹੜੇ ਇਸ ਤਰ੍ਹਾਂ ਦਾ ਦਿਖਾਵਾ ਕਰਦੇ ਨੇ, ਦਿਖਾਵਾ ਕਰਨ ਵਾਲੇ ਬਹੁਤ ਐਸੇ ਨੇ। ਭਗਤ ਕਬੀਰ ਜੀਆਂ ਨੇ ਗਹਿਰੀ ਚੋਟ ਕੀਤੀ ਆ ਉਹਨਾਂ 'ਤੇ।
ਕਹਿੰਦੇ ਅੰਦਰ ਬੈਠੇ ਭੁਰਭਰੀ ਜੀ ਪੰਜੀਰੀ ਬਣੀ ਹੁੰਦੀ ਹੈ, ਪਹਿਲਾਂ ਇੰਤਜ਼ਾਮ ਕਰਕੇ ਆਪਣੇ ਭੋਰਿਆਂ ਤੇ ਆਪਣੀ ਭਗਤੀ ਵਾਲੀ ਥਾਂ ਤੇ ਰੱਖ ਲੈਂਦੇ ਨੇ, ਜਿਹਦੇ ਵਿੱਚ ਪਾਵਨ ਪੰਗਤੀ ਮੇਰੇ ਜਿੰਨੀ ਕੁ ਯਾਦ ਹੈ, ਕਿਹਾ ਨਾ, ਗੁਪਤੀ ਖਾਵੈ ਬਟਕਾ ਸਾਰੀ, ਮੁਖ ਤੇ ਬਖਤੇ ਦੋਧਾ ਧਾਰੀ। ਮੁਖੋਂ ਕਹਿੰਦੇ ਨੇ ਅਸੀਂ ਵਰਤ ਰੱਖੇ ਹੋਏ ਨੇ, ਅਸੀਂ ਭੁੱਖੇ ਪਿਆਸੇ ਰਹਿ ਕੇ ਪਰਮਾਤਮਾ ਦੀ ਭਗਤੀ ਕਰਦੇ ਹਾਂ। ਅਸੀਂ ਤੇ ਕੇਵਲ 2 ਚਮਚੇ ਦੁੱਧ ਪੀਂਦੇ ਹਾਂ, ਭੋਜਨ ਖਾਂਦੇ ਹੀ ਨਹੀਂ, ਸਬਜ਼ੀ ਖਾਂਦੇ ਹਾਂ। ਭਾਵ ਪੇਟ ਤੇ ਭਰਿਆ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ। ਗੁਪਤੀ ਖਾਵੈ, ਗੁਪਤੀ ਭਾਵ ਦੁਨੀਆਦਾਰੀ ਤੋਂ ਓਹਲੇ ਹੋ ਕੇ ਬਟਕਾ ਸਾਰੀ। ਬਟਕਾ ਕਹਿੰਦੇ ਨੇ ਇੱਕ ਪੰਜੀਰੀ ਬਣਦੀ ਹੈਗੀ, ਜਿਹਦੇ ਨਾਲ ਭੁੱਖ ਘੱਟ ਲੱਗਦੀ ਹੈ, ਵਿੱਚ ਉਹਦੇ ਛੋਲਿਆਂ ਦਾ ਆਟਾ ਮਿਲਾਇਆ ਜਾਂਦਾ ਅਤੇ ਉਹ ਪੰਜੀਰੀ ਬੜੇ ਸੋਹਣੇ ਤਰੀਕੇ ਨਾਲ ਤਿਆਰ ਹੁੰਦੀ ਹੈ, ਭਾਵ ਖਾਣ ਦੇ ਵਿੱਚ ਵੀ ਸਵਾਦ ਹੁੰਦੀ ਹੈ, ਥੋੜ੍ਹੀ ਖਾਧੀ ਸਾਰਾ ਦਿਨ ਭੁੱਖ ਨਹੀਂ ਲੱਗਣ ਦਿੰਦੀ। ਭਾਵ ਇਸ ਤਰ੍ਹਾਂ ਦੇ ਪਦਾਰਥ ਖਾ ਕੇ ਵੀ ਕਹਿਣਾ ਵੀ ਮੈਂ ਵਰਤ ਰੱਖਿਆ ਹੋਇਆ, ਅਤੇ ਇਹ ਕਰਮਕਾਂਡ ਹੈ। ਇਸ ਤਰ੍ਹਾਂ ਦੇ ਕਰਮਕਾਂਡੀਆਂ ਨੂੰ ਗੁਰਬਾਣੀ ਨੇ ਬਿਲਕੁਲ ਪ੍ਰਵਾਨਿਆ ਨਹੀਂ, ਗੁਰੂ ਸਾਹਿਬਾਂ ਨੇ ਬਿਲਕੁਲ ਨਹੀਂ ਪ੍ਰਵਾਨਿਆ, ਭਗਤਾਂ ਨੇ ਨਹੀਂ ਪ੍ਰਵਾਨਗੀ ਦਿੱਤੀ। ਤਾਂ ਸੰਗਤ ਜੀ ਰਹੋ ਵਿਚਾਰ, ਭਜਿਓ ਨਾ ਰਘੁਪਤ ਰਾਜਾ, ਤੈਥੋਂ ਪ੍ਰਮਾਤਮਾ ਦਾ ਸਿਮਰਨ ਨਾ ਹੋਇਆ, ਨੇਕੀਆਂ ਨਾ ਹੋਈਆਂ, ਚੰਗੇ ਕਰਮ ਨਾ ਹੋਏ, ਜੀਵਨ ਦੇ ਵਿੱਚ ਬੁਰਾਈਆਂ ਦੀ ਹੀ ਪੰਡ ਬੰਨ੍ਹ ਕੇ ਆਪਣੇ ਸਿਰ 'ਤੇ ਆਖਰ ਚੱਕ ਕੇ ਤੁਰਨਾ ਪਿਆ, ਅਤੇ ਤੁਰਨਾ ਔਖਾ ਹੋ ਗਿਆ, ਵਜ਼ਨ ਬਹੁਤ ਹੋ ਜਾਂਦਾ ਹੈ। ਇੱਕ ਰੂੰ ਦੀ ਪੰਡ ਬੰਨ੍ਹੀ ਹੋਵੇ ਅਤੇ ਇੱਕ ਲੋਹੇ ਦੀ ਪੰਡ ਬੰਨ੍ਹੀ ਹੋਵੇ, ਕਿੰਨਾ ਫਰਕ ਹੈ ਦੋਨਾਂ ਦੇ ਵਿੱਚ। ਰੂੰ ਚੱਕ ਕੇ ਤੁਰਨੀ ਸੌਖੀ ਹੈ, ਭਾਵ ਚੰਗਿਆਈਆਂ ਰੂਪੀ ਰੂੰ, ਨਾਮ ਰੂਪੀ ਰੂੰ ਬੰਦਾ ਇਕੱਠੀ ਕਰੇ ਅਤੇ ਚੱਕ ਕੇ ਤੁਰਨਾ ਸੁਖਾਲਾ ਹੈ। ਲੋਹਾ ਰੂਪੀ ਪੰਡ ਬੰਨ੍ਹਣੀ ਹੈ, ਜਿਹੜੀ ਪਾਪਾਂ ਰੂਪੀ ਪੰਡ ਹੈ, ਇਹ ਚੱਕ ਕੇ ਤੁਰਨਾ ਬੜਾ ਔਖਾ ਹੈ, ਬੜੇ ਦੁੱਖ ਭੋਗਣੇ ਪੈਂਦੇ ਹੈ। ਤਾਂ ਸਤਿਗੁਰੂ ਜੀ ਕਹਿੰਦੇ ਬਨ ਖੰਡ ਜਾਏ ਜੋਗ ਤਪ ਕੀਨੋ, ਕਹਿੰਦੇ ਬੰਦਾ ਪਰਮਾਤਮਾ ਨੂੰ ਲੱਭਦਾ, ਭਰਮ ਭੁਲੇਖੇ ਅਗਿਆਨਤਾ ਦੇ ਵਸ ਜੰਗਲਾਂ ਦੇ ਵਿੱਚ ਜਾ ਡੇਰਾ ਲਾਉਂਦਾ, ਜੋਗ ਕਮਾਉਂਦਾ, ਤਪ ਕਰਦਾ, ਅਤੇ ਉੱਥੇ ਕੰਧ ਮੂਲ ਭਾਵ ਵਨਾਂ ਦੇ ਵਿੱਚ ਜੋ ਖਾਣ ਨੂੰ ਮਿਲਦਾ, ਗਾਜਰ ਮੂਲੀ ਇਤਿਆਦਿਕ, ਉਹ ਖਾ ਕੇ ਆਪਣਾ ਗੁਜ਼ਾਰਾ ਕਰਦਾ। ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟਾ ਲਿਖਾਇਆ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਕਹਿੰਦੀ, ਨਾਦੀ ਤੋਂ ਭਾਵ ਜੋਗੀ, ਬੇਦੀ ਤੋਂ ਭਾਵ ਕਰਮਕਾਂਡੀ, ਸ਼ਬਦੀ ਅਲਖ ਆਖਣ ਵਾਲੇ, ਦਤ ਮਤ ਦੇ ਜੋਗੀ, ਮੋਨੀ ਭਾਵ ਚੁੱਪ ਸਾਧਣ ਵਾਲੇ, ਸਮਾਧੀ ਵਿੱਚ ਟਿਕਣ ਵਾਲੇ, ਪਟੈ ਤੋਂ ਭਾਵ ਲੇਖੇ ਵਿੱਚ, ਜੋਗੀ ਕਰਮਕਾਂਡੀ, ਅਲਖ ਆਖਣ ਵਾਲੇ ਜੋਗੀ, ਮੌਨ ਧਾਰੀ, ਇਹ ਸਾਰੇ ਜਮ ਦੇ ਲੇਖੇ ਵਿੱਚ ਹੀ ਗਿਣੇ ਗਏ। ਭਾਵ ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕੇ। ਭਗਤ ਨਾਰਦੀ ਹਿਰਦੈ ਨ ਆਈ, ਕਾਸ਼ ਕੂਸ਼ ਤਨ ਦੀਨਾ। ਭਗਤ ਨਾਰਦੀ ਤੋਂ ਭਾਵ ਪ੍ਰੇਮਾ ਭਗਤੀ, ਤਨ ਕਾਸ਼ ਕੂਸ਼ ਦੀਨਾ ਭਾਵ ਸਰੀਰ ਨੂੰ ਸ਼ਿੰਗਾਰ ਲਿਆ, ਸਰੀਰ ਉੱਤੇ ਚੱਕਰ ਆਦਿਕ ਬਣਾ ਲਏ। ਜਿਸ ਮਨੁੱਖ ਨੇ ਸਰੀਰ ਉੱਤੇ ਧਾਰਮਿਕ ਚਿੰਨ੍ਹ ਚੱਕਰ ਆਦਿਕ ਲਾ ਲਏ, ਪਰ ਪ੍ਰੇਮਾ ਭਗਤੀ ਉਸਦੇ ਹਿਰਦੇ ਵਿੱਚ ਪੈਦਾ ਨਾ ਹੋਈ। ਹੁਣ ਕਹਿਣ ਤੋਂ ਭਾਵ ਮਾਫ ਕਰਿਓ, ਕਹਿਣ ਦੇਣਾ ਦਿਖਾਵੇ ਮਾਤਰ ਅਸੀਂ ਚੰਗਾ ਲਿਬਾਸ ਤਾਂ ਬਣਾ ਲਿਆ, ਜਿਹਦੇ ਬਾਬਤ ਗੁਰੂ ਸਾਹਿਬ ਕਹਿੰਦੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੀਨ, ਵੀ ਲੋਕ ਕਹਿਣ ਤੇ ਬੜਾ ਸੰਤ ਮਹਾਤਮਾ ਹੈ ਜੀ। ਇਕੱਲੇ ਪਹਿਰਾਵੇ ਪਾਉਣ ਦੇ ਨਾਲ ਕੋਈ ਗਿਆਨੀ, ਕੋਈ ਸੰਤ ਮਹਾਤਮਾ ਨਹੀਂ ਬਣ ਜਾਂਦਾ। ਜੀਵਨ ਬਣਾਉਣਾ ਪੈਂਦਾ, ਘੜਨਾ ਪੈਂਦਾ, ਜੁੜਨਾ ਪੈਂਦਾ ਸੱਚ ਦੇ ਨਾਲ, ਧਰਮ ਦੇ ਨਾਲ। ਦਿਖਾਵੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਤਾਂ ਇਸੇ ਤਰ੍ਹਾਂ ਭਗਤ ਜੀ ਸਮਝਾ ਰਹੇ ਨੇ, ਭਗਤ ਨਾਰਦੀ ਹਿਰਦੈ ਨ ਆਈ, ਕਾਛ ਕੂਛ ਤਨ ਦੀਨਾ। ਭਗਤ ਜੀ ਕਹਿੰਦੇ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਨਾਮ ਤੇ ਨਹੀਂ ਵਸਾਇਆ, ਅਤੇ ਬਾਕੀ ਕਰਮ ਕਾਂਡਾਂ ਦੇ ਵਿੱਚ ਆਪਣਾ ਜੀਵਨ ਹੈ ਜਿਹੜਾ ਖਤਮ ਕਰ ਲਿਆ।
ਰਾਗ ਰਾਗਨੀ ਪਿੰਡ ਹੋਏ ਬੈਠਾ, ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪਹਿ ਕਿਆ ਲੀਨਾ। ਭਗਤ ਜੀ ਸਮਝਾਉਂਦੇ ਹਨ, ਕਹਿੰਦੇ ਡਿੰਬ ਤੋਂ ਭਾਵ ਹੈ ਪਖੰਡ। ਕਹਿੰਦੇ ਜੋ ਰਾਗ ਰਾਗਣੀਆਂ ਤਾਂ ਗਾਉਂਦਾ ਪਰ ਨਿਰਾ ਪਖੰਡ ਮੂਰਤੀ ਹੀ ਬਣ ਬੈਠਾ। ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਵੀ ਨਹੀਂ ਮਿਲਦਾ। ਪਰਿਓ ਕਾਲ ਸਭੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ। ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ। ਭਰਮੀ ਗਿਆਨੀ ਵੀ ਉਸੇ ਹੀ ਲੇਖੇ ਵਿੱਚ ਲਿਖੇ ਗਏ ਹਨ, ਉਹ ਵੀ ਮੌਤ ਦੇ ਸਹਿਮ ਵਿੱਚ ਹੀ ਨੇ। ਤਾਂ ਅੰਤਿਮ ਪੰਕਤੀਆਂ ਵਿੱਚ ਕਹਿੰਦੇ ਨੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਅੰਤਿਮ ਪੰਕਤੀਆਂ ਵਿੱਚ ਭਗਤ ਕਬੀਰ ਜੀ ਸਮਝਾਉਂਦੇ ਆ, ਫਰਮਾਉਂਦੇ ਆ। ਖਾਲਸੇ ਤੋਂ ਭਾਵ ਹੈ ਜੀ ਆਜ਼ਾਦ। ਖਾਲਸ ਤੋਂ ਭਾਵ ਬਿਲਕੁਲ ਖਾਲਸ, ਸੱਚ ਦੀ ਮੂਰਤ। ਖਾਲਸਾ ਰਾਜ ਕਰੇਗਾ, ਖਾਲਸਾ ਪੜ੍ਹਦੇ ਆ ਨਾ। ਹੁਣ ਇਹਦਾ ਭਾਵ ਇਹ ਨਹੀਂ ਵੀ ਇਕੱਲੇ ਜਿਨ੍ਹਾਂ ਦੇ ਗਾਤਰੇ ਕਿਰਪਾਨਾਂ ਪਾਈਆਂ ਨੇ ਉਹਨਾਂ ਦਾ ਰਾਜ ਹੋਣਾ। ਸਾਰੇ ਧਰਮਾਂ ਦੇ ਜੀਵ, ਸਾਰੇ ਧਰਮਾਂ ਦੇ ਜਨ ਉਸ ਰਾਜ ਦੇ ਵਿੱਚ ਹੋਣਗੇ, ਪਰ ਹੋਣਗੇ ਉਹ ਜਿਹੜੇ ਬਿਲਕੁਲ ਖਾਲਸ। ਖਾਲਸ ਤੋਂ ਭਾਵ ਆਪਾਂ ਕਹਿੰਦੇ ਆ ਨਾ ਵੀ ਕੋਈ ਚੀਜ਼ ਖਰੀਦਣੀ ਹੋਵੇ ਵੀ ਪਿਓਰ ਹੈ, ਖਾਲਸ ਹੈ, ਚੰਗੀ ਹੈ। ਖਾਲਸੇ ਦੇ ਭਾਵ ਅਰਥ ਇਹੀ ਨੇ, ਚੰਗੇ, ਸਚਿਆਰ, ਚੰਗੇ ਜੀਵਨ ਵਾਲੇ। ਜੀਵਨ ਵਿੱਚ ਕਪਟ, ਫਰੇਬ, ਝੂਠ ਇਤਿਆਦਿਕ ਨਾ ਹੋਵੇ। ਸੱਚ ਦੇ ਮਾਰਗ 'ਤੇ ਚੱਲਣ ਵਾਲਾ ਹਰ ਕੋਈ ਖਾਲਸਾ ਹੈ। ਅਤੇ ਜਦੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਗਿਆ, ਉਦੋਂ 1699 ਦੀ ਵਿਸਾਖੀ ਨਹੀਂ ਸੀ ਹੋਈ। ਉਦੋਂ ਪੰਜ ਪਿਆਰੇ ਨਹੀਂ ਸੀ ਸਾਜੇ ਗਏ। ਅਤੇ ਕਬੀਰ ਸਾਹਿਬ ਨੇ ਖਾਲਸੇ ਦਾ ਜ਼ਿਕਰ ਬਹੁਤ ਚਿਰ ਪਹਿਲਾਂ ਕਰ ਦਿੱਤਾ ਸੀ। ਸੰਗਤ ਜੀ, ਭਗਤ ਜੀ ਕਹਿੰਦੇ ਨੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਭਗਤ ਜੀ ਸਮਝਾਉਂਦੇ ਨੇ, ਕਹਿੰਦੇ ਹੇ ਕਬੀਰ, ਆਖ ਕਿ ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ, ਮੌਤ ਦੇ ਸਹਿਮ ਤੋਂ ਆਜ਼ਾਦ ਹੋ ਗਏ, ਉਹ ਖਾਲਸੇ ਨੇ, ਉਹ ਸੱਚ ਦੇ ਪਾਂਧੀ ਨੇ। ਉਹਨਾਂ ਨੂੰ ਜੀਵਨ ਜਿਉਣ ਦਾ ਢੰਗ ਆ ਗਿਆ, ਸਮਝ ਆ ਗਈ। ਉਹਨਾਂ ਦੇ ਅੰਦਰੋਂ ਮੌਤ ਦਾ ਸਹਿਮ, ਡਰ ਹੈ ਜਿਹੜਾ, ਉਹ ਨਿਕਲ ਗਿਆ। ਨਹੀਂ ਤੇ ਸੰਗਤ ਜੀ 90% ਬੰਦਾ ਮੌਤ ਤੋਂ ਡਰਦਾ ਹੀ ਆਪਣਾ ਜੀਵਨ ਜਿਉ ਰਿਹਾ। ਇੰਨਾ ਸਹਿਮ, ਇੰਨਾ ਡਰ ਮੌਤ ਦਾ ਵੀ ਇੱਧਰ ਨੂੰ ਗਏ ਤੇ ਕਿਤੇ ਮਾਰੀ ਨਾ ਜਾਈਏ। ਤੇ ਜਿੱਥੇ ਕਿ ਇਹ ਗੱਲ ਸੱਚ ਹੈ ਵੀ ਇੱਕ ਦਿਨ ਮਰਨਾ ਜ਼ਰੂਰ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਮੰਡਲ ਦੇ ਵਿੱਚ ਆਏ ਫੇਰ ਹੈ, ਪਹਿਲਾਂ ਮਰਨਾ ਲਿਖਾਇਆ। ਤੇ ਜਦੋਂ ਮਰਨਾ ਏ ਤਾਂ ਫਿਰ ਚੰਗਿਆਈਆਂ ਜ਼ਰੂਰ ਕਰੋ। ਚੰਗਿਆਈਆਂ ਭਾਵ ਸ਼ੁਭ ਗੁਣ ਜੀਵਨ ਦੇ ਵਿੱਚ ਧਾਰਨ ਕਰਕੇ ਬੁਰੇ ਕਰਮਾਂ ਤੋਂ ਤੌਬਾ ਕਰੋ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਨਾਮ ਵੇਲੇ ਨੀਂਦ ਆਉਂਦੀ ਹੈ। ਨਾਮ ਦੀ ਗੱਲ, ਸੇਵਾ ਸਿਮਰਨ ਭਗਤੀ ਦੀ ਗੱਲ ਤੇ 2 ਮਿੰਟ ਵੱਧ ਲੱਗ ਜਾਣ ਤਾਂ ਬੰਦੇ ਦਾ ਮਨ ਕਾਹਲਾ ਪੈ ਜਾਂਦਾ ਵੀ ਇਹ 2 ਮਿੰਟ ਵੱਧ ਲੱਗੇ ਕਿਵੇਂ ਨੇ। ਤੇ ਬਾਕੀ ਜਿੱਥੇ ਧਰਮ ਦੀ ਗੱਲ, ਕਰਮ ਦੀ ਗੱਲ, ਚੰਗਿਆਈ ਦੀ ਗੱਲ ਨਾ ਹੋਵੇ, ਉੱਥੇ ਭਾਵੇਂ ਘੰਟਾ ਵੱਧ ਲੱਗ ਜੇ, ਕੋਈ ਫਰਕ ਨਹੀਂ ਪੈਂਦਾ। ਪਰ ਸੰਗਤ ਜੀ ਰਹੋ ਵਿਚਾਰ, ਗੁਰੂ ਕਿਰਪਾ ਕਰੇ ਅਸੀਂ ਉਹਨਾਂ ਖਾਲਸਿਆਂ ਦੇ ਵਿੱਚ ਆ ਜਾਈਏ, ਭਾਵ ਚੰਗੇ ਕਰਮ ਸਾਡੇ ਬਣ ਜਾਣ, ਚੰਗੇ ਭਾਗ, ਚੰਗੇ ਲੇਖ, ਚੰਗਿਆਈਆਂ ਵਾਲਾ ਜੀਵਨ ਸਾਡਾ ਬਣ ਜਾਏ। ਤੇ ਸਾਡੇ ਅੰਦਰੋਂ ਫਿਰ ਮੌਤ ਦਾ ਸਹਿਮ ਹੈ ਜਿਹੜਾ, ਇਹ ਨਿਕਲ ਸਕਦਾ। ਸਾਡਾ ਜੀਵਨ ਹੈ ਜਿਹੜਾ ਚੜ੍ਹਦੀ ਕਲਾ ਵਾਲੇ ਪਾਸੇ ਜਾ ਸਕਦਾ। ਪਰਮੇਸ਼ਰ ਦਿੱਤਾ ਵੰਨਾ
दुख रोग का डेरा भन्ना। आनंद करे नर नारी हर हर प्रभ किरपा धारी। हरि परमात्मा जदों किरपा करदा ना फिर रोगियां दे रोग खंड दिंदा है। ते असीं रोज़ एक मंत्र पढ़िया करिए ते उहदे नाल बहुत सारा फायदा हुंदा है। ਉਹ ਮੰਤਰ ਕੀ ਹੈ? ਮੂਲ ਮੰਤਰ। ਤੇ ਜਿਨ੍ਹਾਂ ਨੂੰ ਯਾਦ ਹੈ ਨਾਲ ਹਾਜ਼ਰੀ ਲਵਾਇਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਹ ਹੈ ਮੂਲ ਮੰਤਰ। ਇਹਦਾ ਜਾਪ ਉੱਠਦਿਆਂ ਸਾਰ ਘੱਟੋ ਘੱਟ 5 ਮਿੰਟ ਆਪਣੇ ਆਸਣ 'ਤੇ ਬੈਠਿਆਂ ਹੀ ਕਰੋ। ਜੇ ਇਹ ਕਰਨ ਦੇ ਵਿੱਚ ਵੀ ਦਿੱਕਤ ਲੱਗਦੀ ਹੈ ਤਾਂ ਸੰਗਤ ਜੀ ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਗੁਰੂ ਨਾਨਕ ਦੇਵ ਜੀ ਦੇ ਘਰੇ ਬੜੀ ਕਿਰਪਾ ਹੈ, ਬੜੀ ਰਹਿਮਤ ਹੈ। ਕੋਈ ਜ਼ਰੂਰੀ ਨਹੀਂ ਵੀ ਡਿਗਰੀਆਂ ਚਾਹੀਦੀਆਂ ਨੇ, ਪੜ੍ਹਿਆ ਲਿਖਿਆ ਬੰਦਾ ਹੀ ਪ੍ਰਮਾਤਮਾ ਦਾ ਨਾਮ ਜਪੂਗਾ, ਨਹੀਂ। ਤਾਂ ਫਿਰ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ। ਵਾਹਿਗੁਰੂ ਦਾ ਨਾਮ ਹੀ ਜਪਣਾ ਬਹੁਤ ਵੱਡੀ ਗੱਲ ਹੈ। ਆਪਣੇ ਆਸਣ 'ਤੇ ਬਹਿ ਕੇ 5 ਮਿੰਟ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਸੰਗਤ ਜੀ ਗੁਰੂ ਕਿਰਪਾ ਕਰਦਾ ਜਦੋਂ ਇਸ ਤਰ੍ਹਾਂ ਆਲਾਪ ਕੀਤਾ। ਦਿਵਸ ਰਾਤ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਕਦੇ ਤੇ ਪ੍ਰਮਾਤਮਾ ਫਿਰ ਪੁਕਾਰ ਸੁਣਦਾ, ਦੁੱਖਾਂ ਦਾ ਨਾਸ ਕਰ ਦਿੰਦਾ। ਇਸ ਕਰਕੇ ਜੀਵਨ ਦੇ ਵਿੱਚ ਦੁੱਖ ਪ੍ਰਮਾਤਮਾ ਨੇ ਨਹੀਂ ਦਿੱਤੇ ਸਾਨੂੰ, ਸਾਡੇ ਕਰਮਾਂ ਦੇ ਦੁੱਖ ਨੇ। ਅਸੀਂ ਕੋਈ ਬੀਜ ਹੀ ਐਸੇ ਬੀਜੇ ਨੇ ਜਿਹੜਾ ਸਾਨੂੰ ਦੁੱਖ ਲੱਗਿਆ ਤੇ ਇਸ ਦੁੱਖ ਦਾ ਕਿਸੇ ਨਾ ਕਿਸੇ ਤਰ੍ਹਾਂ ਕਹਿ ਲਓ ਵੀ ਨਾਸ ਹੋ ਜਾਏ ਤੇ ਫਿਰ ਸੁੱਖ ਦਾਤੇ ਦੇ ਨਾਲ ਜੁੜਨਾ ਪਏਗਾ। ਸਭ ਸੁੱਖ ਦਾਤਾ ਰਾਮ ਹੈ ਦੂਸਰ ਨਾਹੀ ਕੋਏ। ਸਾਰੇ ਸੁੱਖਾਂ ਦਾ ਦਾਤਾ ਉਹ ਪਰਮਾਤਮਾ ਹੈ ਤੇ ਪਰਮਾਤਮਾ ਦਾ ਸ਼ੁਕਰ, ਪਰਮਾਤਮਾ ਦਾ ਸ਼ੁਕਰਾਨਾ ਕਰਕੇ ਖਾਣਾ ਸੌਣਾ ਹੰਡਾਉਣਾ ਹਰ ਕਰਮ ਪਰਮਾਤਮਾ ਨੂੰ ਪਹਿਲ ਦੇ ਕੇ ਕਰਨੇ ਤੇ ਜੀਵਨ ਦਾ ਭਲਾ ਹੈ ਤੇ ਦੁੱਖਾਂ ਤੋਂ ਬਚਿਆ ਜਾ ਸਕਦਾ ਹੈ। ਇਸ ਕਰਕੇ ਜੇ ਅਸੀਂ ਚੰਗਿਆਈਆਂ ਦੇ ਰਾਹ 'ਤੇ ਚੱਲਾਂਗੇ ਅਸੀਂ ਸਾਰੇ ਹੀ ਖਾਲਸੇ ਹਾਂ। ਚੰਗਿਆਈਆਂ ਦੇ ਰਾਹ 'ਤੇ ਚੱਲਾਂਗੇ ਤਾਂ ਸਾਰੇ ਖਾਲਸੇ ਹਾਂ। ਤੇ ਕਈ ਫਿਰ ਖਾਲਸੇ ਹੋ ਕੇ ਵੀ ਬੁਰਾਈਆਂ ਦੇ ਰਾਹ 'ਤੇ ਚੱਲਦੇ ਆ, ਉਹਨਾਂ ਨੂੰ ਵੀ ਖਾਲਸਾ ਕੋਈ ਨਹੀਂ ਕਹਿੰਦਾ। ਅਗਲਾ ਅੱਗੋਂ ਕਹਿ ਦਿੰਦਾ ਜਾਣਦੇ ਆ ਕਿੰਨਾ ਕੁ ਸੱਚਾ ਤੂੰ, ਫਿਰ ਗੱਲ ਨਹੀਂ ਆਉਂਦੀ। ਇਸ ਕਰਕੇ ਸੰਗਤ ਜੀ ਅਸੀਂ ਹਮੇਸ਼ਾ ਚੰਗੇ ਕਰਮ ਕਰੀਏ, ਚੰਗਿਆਈਆਂ ਨੂੰ ਜੀਵਨ ਵਿੱਚ ਛਾਂਟੀਏ ਤੇ ਚੱਲੀਏ ਚੰਗਿਆਈਆਂ ਦੇ ਮਾਰਗ 'ਤੇ, ਤਾਂ ਜੀਵਨ ਦਾ ਭਲਾ ਹੁੰਦਾ, ਪਰਿਵਾਰ ਦਾ ਕੁਲਾਂ ਦਾ ਭਲਾ ਹੋ ਜਾਂਦਾ ਹੈ। ਤਾਂ ਇਹ ਸੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਵਿਚਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚੋਂ 52 ਹੁਕਮਨਾਮਿਆਂ ਦੇ ਵਿੱਚੋਂ ਆਪਾਂ ਵਿਚਾਰ ਜੋ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਹੁਕਮਨਾਮੇ ਨੰਦੇੜ ਦੀ ਧਰਤੀ 'ਤੇ ਉਚਾਰਨ ਕੀਤੇ, ਉਹਦੇ ਵਿੱਚੋਂ 36ਵਾਂ ਹੁਕਮਨਾਮਾ ਹੈ ਜੀ ਅੱਜ। ਕੱਲ੍ਹ ਵਾਲਾ ਹੁਕਮਨਾਮਾ 35 ਨੰਬਰ ਸੀ, ਜਿਹਦੇ ਵਿੱਚ ਸਤਿਗੁਰਾਂ ਨੇ ਕਿਹਾ ਸੀ ਕੇਸ ਨੰਗੇ ਨਹੀਂ ਰੱਖਣੇ। ਤੇ ਅੱਜ ਸਤਿਗੁਰਾਂ ਦਾ ਹੁਕਮ ਹੈ ਜਿਹੜਾ ਉਹ ਹੈ 36ਵਾਂ। ਸਿੰਘਾਂ ਦਾ ਪੂਰਾ ਨਾਮ ਲੈ ਕੇ ਬੁਲਾਉਣਾ, ਅੱਧਾ ਨਾਮ ਨਹੀਂ ਲੈਣਾ। ਕਿਸੇ ਦਾ ਨਾਮ ਸਤਪਾਲ ਸਿੰਘ ਹੈ ਤਾਂ ਸਤਪਾਲ ਸਿੰਘ ਕਹਿ ਕੇ ਹੀ ਬੁਲਾਉਣਾ। ਜੇ ਨਾਮ ਲੈਣਾ ਪੈ ਜਾਏ, ਪਹਿਲੀ ਗੱਲ ਤੇ ਆਪ ਤੋਂ ਵੱਡਿਆਂ ਦਾ ਨਾਮ ਲੈਣਾ ਠੀਕ ਜਾਂ ਨਹੀਂ ਮੰਨਿਆ ਜਾਂਦਾ, ਪਰ ਜੇ ਨਾਮ ਲੈਣਾ ਪੈ ਜਾਏ ਤਾਂ ਨਾਮ ਪੂਰਾ ਲੈਣਾ। ਆਪਣੇ ਮਾਇਆ ਦੇ ਨਸ਼ੇ ਵਿੱਚ ਜਾਂ ਕਿਸੇ ਵੀ ਢੰਗ ਦੇ ਨਾਲ ਅੱਧਾ ਨਾਮ ਨਹੀਂ ਲੈਣਾ, ਪੂਰਾ ਨਾਮ ਲੈਣਾ ਹੈ। ਆਪਣੇ ਤੋਂ ਛੋਟਾ ਹੋਵੇ ਵੱਡਾ ਹੋਵੇ ਬਰਾਬਰ ਦਾ ਹੋਵੇ। ਨਾਮ ਫਲਾਣਾ ਸਿਆਂ ਸਿੰਘ ਲਾ ਕੇ, ਭਾਈ ਸਤਪਾਲ ਸਿੰਘ ਜੀ
ਭਾਈ ਇਕਬਾਲ ਸਿੰਘ ਜੀ, ਭਾਵ ਇਸ ਤਰ੍ਹਾਂ ਨਾਮ ਪੂਰਾ ਲੈਣਾ। ਅੱਧਾ ਨਾਮ ਗੁਰੂ ਸਾਹਿਬ ਨੇ ਮਨਾਹੀ ਕੀਤੀ ਹੈ, ਕਿਸੇ ਨੂੰ ਅੱਧਾ ਨਾਮ ਲੈ ਕੇ ਟਿੱਚਰ ਨਹੀਂ ਕਰਨੀ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਹੁਕਮ ਹੈ, ਇਹਨੂੰ ਵੀ ਅਸੀਂ ਜੀਵਨ ਵਿੱਚ ਤਹਿਜੀਦ ਦੇਈਏ। ਆਓ ਅਰਦਾਸ ਬੇਨਤੀ ਦਾ ਸਮਾਂ ਹੋਇਆ। ਸਾਰੀ ਸੰਗਤ ਰਲ ਮਿਲ ਕੇ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਆਨੰਦ ਸਾਹਿਬ ਦੇ ਜਾਪ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਆਪਣੀ ਹਾਜ਼ਰੀ ਬਾਣੀ ਪੜ੍ਹ ਕੇ ਲਵਾਇਆ ਕਰੋ। ਸਤਿ